ਜਦੋਂ 1985 ਦੇ ਵਿੱਚ 84 ਲੰਘਣ ਤੋਂ ਬਾਅਦ 85 ਦੇ ਵਿੱਚ NDPS ਐਕਟ ਆਉਂਦਾ, ਉਸ ਤੋਂ ਪਹਿਲਾਂ ਕੁਝ ਨਹੀਂ ਸੀ ਹੈਗਾ। ਤਾਂ ਜਿਹੜੇ ਲੋਕ ਨੇ ਆਮ ਸਧਾਰਨ ਭਾਸ਼ਾ ਦੇ ਵਿੱਚ ਉਹ ਕਹਿੰਦੇ ਨੇ ਅਮਲੀ ਕਹਿ ਦਿੱਤਾ ਜਾਂਦਾ ਸੀ, ਚਲੋ ਜਿਹੜਾ ਕੋਈ ਫੀਮ ਡੋਡੇ ਵਗੈਰਾ ਖਾਂਦਾ ਸੀ, ਪਰ ਉਹ ਅੱਜ ਦੇ ਨਸ਼ਿਆਂ ਵਾਂਗੂ ਨਮਰਦੀ ਦਾ ਸ਼ਿਕਾਰ ਨਹੀਂ ਸੀ ਹੁੰਦਾ ਹੈਗਾ। ਇਹਦੇ ਨਾਲ ਧੀਆਂ ਦੇ ਜਿਹੜੇ ਘਰਾਂ ਦੇ ਵਿੱਚ ਹੋਰ ਕਲੇਸ਼ ਵੱਧ ਰਹੇ ਨੇ, ਜਿਹਨੂੰ ਲੋਕ ਨਹੀਂ ਸਮਝ ਰਹੇ ਕਿ ਇੱਥੇ ਹੋ ਕੀ ਰਿਹਾ। ਜਿਹੜਾ ਚਿੱਟਾ ਸਮੈਕ ਗੋਲੀਆਂ ਨੇ, ਚਾਹੇ ਉਹ ਸਿਰ ਦਰਦ ਦੀ ਗੋਲੀ ਤੱਕ ਦੀ ਵੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਜਦੋਂ ਕੋਈ ਮਰੀਜ਼ ਸਾਡੇ ਕੋਲ ਆਉਂਦਾ ਹੈ, ਜਦੋਂ ਹਾਰਟ ਅਟੈਕ ਦਾ ਮਰੀਜ਼ ਆਉਂਦਾ, ਸਭ ਤੋਂ ਪਹਿਲਾਂ ਜਿਹੜੀ ਗੋਲੀ ਅਸੀਂ ਅਗਲੇ ਨੂੰ ਦਿੰਦੇ ਹਾਂ ਖਾਣ ਵਾਸਤੇ, ਉਹ ਫੀਮ ਤੋਂ ਬਣੀ ਹੁੰਦੀ ਹੈ। ਤੁਹਾਡੀ ਕੀ ਪ੍ਰਤੀਕਿਰਿਆ? ਦੇਖੋ, ਮੈਂ ਤੇ ਸਖਤ ਵਿਰੋਧੀ ਹਾਂ ਇਹਨਾਂ ਦੀ ਉਸ ਸਟੇਟਮੈਂਟ ਦਾ। ਇਹ ਕਿਹੜਾ ਤਰੀਕਾ ਹੋਇਆ ਜੀ ਉਹਨੂੰ ਇਹ ਕਹਿਣਾ ਕਿ ਜੀ ਇਹਨਾਂ ਨੂੰ ਗੋਲੀਆਂ ਤੋਂ ਹਟਾ ਕੇ, ਇਹਨਾਂ ਨੂੰ ਚਿੱਟੇ ਸਮੈਕ ਤੋਂ ਹਟਾ ਕੇ ਫੀਮ ਤੇ ਲਾ ਦਿਓ। ਅਗਰ ਅਸੀਂ ਚਿੰਤਾ ਕਰ ਰਹੇ ਹਾਂ ਕਿ ਦੇਸ਼ ਨੂੰ ਤੁਹਾਡੀ ਜ਼ਮੀਨ ਖੋਹਣੀ ਆ ਅਗਲਿਆਂ ਨੇ, ਜਦੋਂ ਜ਼ਮੀਨ ਖੋਹਣੀ ਆ, ਅਗਰ ਤੁਸੀਂ ਨਸ਼ੇੜੀ ਹੋਏ, ਅਗਰ ਤੁਸੀਂ ਜੇਕਰ ਫੀਮ ਦਾ ਅਮਲੀ ਆ ਕੋਈ ਬੰਦਾ ਜਾਂ ਪੋਸਟ ਦਾ ਅਮਲੀ ਆ ਕੋਈ ਬੰਦਾ, ਕੀ ਉਹ ਜੇਲ੍ਹ ਜਾਣ ਲਈ ਤਿਆਰ ਹੋ ਜਾਏਗਾ? ਕਿ ਜੇ ਉਹਨਾਂ ਨੇ ਮੈਨੂੰ RSS ਦੇ ਨਾਲ ਜੁੜਿਆ ਕਿਹਾ ਹੈ ਤਾਂ ਇੱਕ ਜ਼ਿੰਮੇਵਾਰੀ ਪੈ ਗਈ ਰਾਜੇਵਾਲ ਸਾਹਿਬ ਤੇ ਹੋਰ ਕਿ ਹੁਣ ਉਹ ਸਾਬਤ ਕਰਨ ਕਿ ਮੇਰਾ RSS ਨਾਲ ਕੀ ਸੰਬੰਧ ਹੈ। ਔਰ ਮੈਂ ਪਬਲਿਕ ਦੇ ਸਾਹਮਣੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਗੱਲ ਕਹਿਣਾ ਹੈ ਕਿ ਉਹ ਛੱਡ ਦਿਓ, ਰਾਜੇਵਾਲ ਸਾਹਿਬ ਨੂੰ ਛੱਡ ਦਿਓ। ਕੋਈ ਵੀ ਆਗੂ, ਈਵਨ ਕਿ RSS ਦਾ ਮੁਖੀਆ ਵੀ ਜਾਂ ਕੋਈ ਵੀ ਆਦਮੀ ਕਿਤੋਂ ਵੀ ਇਹ ਗੱਲ ਸਿੱਧ ਕਰ ਦੇ ਕਿ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਦਾ RSS ਨਾਲ ਕਿਤੋਂ ਦੂਰ ਦਾ ਵੀ ਨਾਤਾ ਜੁੜਦਾ ਹੋਵੇ, ਤਾਂ ਜਿਹੜੀ ਇਹ ਗੱਲ ਕਹਿਣੀ ਹੈ ਨਾ ਉਹਨਾਂ ਦੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਘਬਰਾਹਟ ਹੈ। ਜੇਕਰ MSP ਦੀ ਗੱਲ ਕੀਤੀ ਜਾਵੇ ਜਾਂ ਸਵਾਮੀਨਾਥਨ ਰਿਪੋਰਟ ਦੀ ਗੱਲ ਲੈ ਲਈਏ, ਜਾਂ ਫਿਰ ਜਨਤਾ ਦੇ ਹੋਰ ਤਰ੍ਹਾਂ ਦੇ ਮੁੱਦੇ ਹੋਣ, ਉਹ ਚਾਹੇ ਸ਼ਹਿਰੀ ਲੋਕਾਂ ਦੇ ਹੋਣ, ਦੁਕਾਨਦਾਰਾਂ ਦੇ ਹੋਣ, ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀਆਂ ਸੁਪਰੀਮ ਪਾਵਰਾਂ ਨੇ, ਦੁਨੀਆ ਦੇ ਪਹਿਲੇ ਜਿਹੜੇ 10 ਬੰਦੇ ਨੇ, ਉਹ ਪ੍ਰਭਾਵਿਤ ਕਰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਅਜਿਹਾ ਕਿਹਾ ਜਾਂਦਾ ਹੈ। ਤੇ ਜੇਕਰ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਕਿਸਾਨ ਅੰਦੋਲਨ ਹੋਇਆ, ਉਹ ਲਗਾਤਾਰ 1 ਸਾਲ ਤੋਂ ਵਧੇਰੇ ਸਮਾਂ ਚੱਲਿਆ। ਜਿਹੜੀ ਗੈਟ ਸਮਝੌਤਾ ਸੀ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਸਮੇਂ-ਸਮੇਂ ਤੇ ਬਣਦੀਆਂ ਰਹੀਆਂ ਨੇ, ਤੁਹਾਡੇ ਸ਼ਬਦਾਂ ਦੇ ਵਿੱਚ ਅਸੀਂ ਜਿੰਨੀ ਵਾਰੀ ਵੀ ਇੰਟਰਵਿਊ ਕਰੀਏ ਵੱਖ-ਵੱਖ ਕਿਸਾਨ ਆਗੂਆਂ ਨਾਲ, ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਇਹਨਾਂ ਦੇ ਪਿੱਛੇ ਇਹ ਜਿਹੜੀਆਂ ਤਜਵੀਜ਼ਾਂ ਨੇ ਹੌਲੀ-ਹੌਲੀ ਜਿਹਨਾਂ ਦਾ ਅੱਗੇ ਪ੍ਰਸਾਰ ਕੀਤਾ ਜਾਂਦਾ, ਹੌਲੀ-ਹੌਲੀ ਜਿਵੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਚੱਲਦੀਆਂ ਰਹਿੰਦੀਆਂ ਨੇ। ਪਰ ਇਹਨਾਂ ਇੰਨੇ ਵੱਡੇ ਲੋਕਾਂ ਨੂੰ ਟੱਕਰ ਦੇਣ ਲਈ ਵੀ ਤਾਂ ਫਿਰ ਇੱਕ ਦੁਬਾਰੇ ਤੋਂ ਕੀ ਇਸ ਤਰ੍ਹਾਂ ਦੀ ਕਿਸਾਨ ਅੰਦੋਲਨ ਵਰਗੀ ਰੂਪਰੇਖਾ ਤਿਆਰ ਕਰਨੀ ਪਵੇਗੀ। ਦੇਖੋ, ਮੈਂ ਤੇ ਇਦੋਂ ਵੀ ਗਾਹਾਂ ਗੱਲ ਕਹੂੰਗਾ ਕਿ ਲੋਕਾਂ ਨੂੰ ਇੱਕ ਕਹਾਵਤ ਹੈ ਕਿ ਜਦੋਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਤੇ ਉਦੋਂ ਸੰਸਦ ਅਵਾਰਾ ਹੋ ਜਾਂਦੀ ਹੈ। ਅਗਰ ਸੰਸਦ ਨੂੰ ਅਵਾਰਾ ਹੋਣ ਤੋਂ ਰੋਕਣਾ ਹੈ ਤਾਂ ਸਾਨੂੰ ਸੜਕ ਦੇ ਉੱਤੇ ਭੀੜ ਜਮਾ ਕੇ ਰੱਖਣੀ ਪਏਗੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਸੜਕਾਂ ਦੇ ਅੰਦੋਲਨ ਦੇ ਰਾਹ ਤੇ ਤੁਰਨਾ ਪਏਗਾ, ਉਹ ਚਾਹੇ ਅੱਜ ਚਾਹੇ ਕੱਲ੍ਹ। ਉਹ ਤਾਂ ਮੈਂ ਤਾਂ ਇੱਥੋਂ ਤੱਕ ਵੀ ਇਸ ਗੱਲ ਦੇ ਹੱਕ 'ਚ ਹੈ ਕਿ ਕਿਸਾਨਾਂ ਨੂੰ, ਲੋਕਾਂ ਨੂੰ, ਪਬਲਿਕ ਨੂੰ ਇੰਨੀ ਅਵੇਅਰ ਹੋਣ ਦੀ ਲੋੜ ਹੈ ਕਿ ਹਰ ਰੋਜ਼ ਸੁਬਾਹ ਵੀ ਅੰਦੋਲਨ ਕਰਨਾ ਪੈ ਸਕਦਾ ਕਿਸੇ ਮੈਟਰ ਤੇ ਸ਼ਾਮ ਨੂੰ ਵੀ ਕਿਸੇ ਮੈਟਰ ਤੇ ਅੰਦੋਲਨ ਕਰਨਾ ਪੈ ਸਕਦਾ ਹੈ। ਔਰ ਇਹਨੇ ਤਿਆਰ ਹੋਣਾ ਪਏਗਾ। ਜਿਹੜੀ ਤੁਸੀਂ ਆਪਾਂ ਗੈਟ ਦੀ ਗੱਲ ਕੀਤੀ ਹੈ, ਦੇਖੋ ਗੈਟ ਨੇ ਤੇ ਪੂਰਾ ਭਾਰਤ ਵਿੰਗੇ ਟੇਢੇ ਢੰਗ ਦੇ ਨਾਲ ਆਪਣੀ ਗ੍ਰਿਪ ਦੇ ਵਿੱਚ ਇੰਨਾ ਬੁਰੀ ਤਰ੍ਹਾਂ ਲਿਆ ਹੋਇਆ ਹੈ ਕਿ ਹੌਲੀ ਭਾਰਤ ਦਾ ਸਾਰੇ ਨੈਚੁਰਲ ਸੋਰਸਜ਼ ਉਹਨਾਂ ਦੇ ਕਬਜ਼ੇ ਚਲੇ ਜਾਣੇ ਆ। ਜ਼ਮੀਨ ਜਾਇਦਾਦ, ਲੋਕਾਂ ਦਾ ਰੋਟੀ ਦਾ ਸਾਧਨ ਉਹਨਾਂ ਦੇ ਕਬਜ਼ੇ ਚਲੇ ਜਾਣਾ ਹੈ। ਕੁਝ ਲੋਕਾਂ ਦੇ ਕੋਲੇ ਸਾਰੇ ਸੋਰਸਜ਼ ਹੋਣਗੇ ਔਰ ਭਾਰਤ ਦੀ ਪਬਲਿਕ ਆ ਜਿਹੜੀ ਉਹ ਮਜ਼ਦੂਰ ਦੇ ਤੌਰ ਤੇ ਕੰਮ ਕਰਦੀ ਹੋਏਗੀ। ਇਹ ਸਿਚੁਏਸ਼ਨ ਮਤਲਬ ਬਣਾਉਣ ਵਾਸਤੇ ਇਹ ਤੁਰੇ ਹੋਏ ਨੇ। ਔਰ ਇਹਦਾ ਵਿਰੋਧ ਕਰਨਾ ਔਰ ਲੋਕਾਂ ਨੂੰ ਇਹਦੇ ਚੋਂ ਕੱਢ ਕੇ ਆਪਦੀ ਸਹੀ ਪੋਜੀਸ਼ਨ ਦੇ ਵਿੱਚ ਰੱਖਣਾ, ਜਿਹੜੀ ਪੋਜੀਸ਼ਨ 'ਚ ਅੱਜ ਨੇ ਲੋਕ, ਇਹਦੇ ਲਈ ਸਾਨੂੰ ਸੜਕਾਂ ਤੇ ਆਉਣਾ ਪੈਣਾ ਹੀ ਹੈ। ਹਰ ਹਾਲ ਦੇ ਵਿੱਚ ਗੈਟ ਦਾ ਵਿਰੋਧ ਕਰਨਾ ਪੈਣਾ। ਇਹ ਕਾਨੂੰਨ ਵੀ ਗੈਟ 'ਚੋਂ ਬਣ ਕੇ ਆਏ ਔਰ ਜਿਹੜੀ MSP ਦੀ ਪ੍ਰੋਬਲਮ ਹੈ ਇਹਦਾ ਕਾਰਨ ਵੀ ਗੈਟ ਹੈ, ਕਿਉਂਕਿ ਜਿਹੜਾ ਗੈਟ ਸਮਝੌਤੇ ਦਾ ਜਿਹੜਾ 12ਵਾਂ ਅਧਿਆਇ ਹੈ ਉਹਦੇ ਵਿੱਚ ਕਲੀਅਰ ਕੱਟ ਇਹ ਗੱਲ ਲਿਖੀ ਗਈ ਹੈ ਕਿ ਭਾਰਤ ਆਪਦੇ ਕਿਸਾਨਾਂ ਨੂੰ MSP ਦੇਣੀ ਬੰਦ ਕਰੇਗਾ, ਲਿਖਿਆ ਉਹਦੇ 'ਚ। ਔਰ ਉਹ 2005 'ਚ ਬੰਦ ਹੋ ਜਾਣੀ ਸੀ ਔਰ ਅੱਜ ਤੱਕ ਉਹਨੂੰ ਜਿਹੜੀ ਸਾਡੀ ਸਰਕਾਰ ਬੰਦ ਨਹੀਂ ਕਰ ਸਕੀ ਤੇ ਸਿਰਫ ਲੋਕਾਂ ਦੇ ਵਿਰੋਧ ਤੋਂ ਡਰਦੀ। ਦੂਸਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਹੌਲੀ ਇਨਡਾਇਰੈਕਟ ਢੰਗ ਨਾਲ ਤੇ ਛੁਪਵੇਂ ਢੰਗ ਨਾਲ ਸਰਕਾਰ ਇਹ ਤੋਂ ਬਾਹਰ ਨਿਕਲ ਵੀ ਰਹੀ ਹੈ। ਕਿਸਾਨਾਂ ਤੋਂ ਮੰਗ ਲਿਆ ਜੀ ਤੁਸੀਂ ਆਪਦੀ ਜ਼ਮੀਨ ਦੀਆਂ ਜਮਾਬੰਦੀਆਂ ਦਿਓ, ਤੁਹਾਡੇ ਖਾਤਿਆਂ 'ਚ ਤੁਹਾਡੀ ਫਸਲ ਦੇ ਪੈਸੇ ਆਉਣਗੇ। ਨਾਲ ਇਹ ਕਹਿਤਾ ਕਿ ਪ੍ਰਤੀ ਏਕੜ 25 ਕੁਇੰਟਲ ਹੀ ਖਰੀਦਾਂਗੇ। ਤੁਹਾਡੇ ਸਾਹਮਣੇ ਹੋਇਆ ਅੰਦੋਲਨ ਕੀਤਾ ਲੋਕਾਂ ਨੇ, ਰੌਲਾ ਪਾਇਆ ਲੋਕਾਂ ਨੇ, ਪੰਜਾਬ 'ਚ ਇਸ ਗੱਲ ਦਾ ਰੌਲਾ ਪਿਆ ਤਾਂ ਉਸ ਤੋਂ ਬਾਅਦ ਸਾਰੀ ਫਸਲ ਚੱਕੀ ਗਈ ਲੋਕਾਂ ਦੀ। ਹਰਿਆਣੇ ਦੇ ਵਿੱਚ 20 ਕੁਇੰਟਲ ਦੇ ਉੱਤੇ ਲੈ ਆਉਣ ਦੀ ਸ਼ਰਤ ਇਹਨਾਂ ਨੇ। ਤਾਂ ਇਹ ਹੌਲੀ ਮਤਲਬ ਪਿੱਛੇ ਹਟਣ ਦਾ ਇੱਕ ਤਰੀਕਾ, MSP ਤੋਂ ਭੱਜਣ ਦਾ ਹੀ ਤਰੀਕਾ, ਇਹ ਗੈਟ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ।
ਔਰ ਉਦੋਂ ਉਹਦੇ ਪ੍ਰਭਾਵ ਤੋਂ ਦੇਸ਼ ਨੂੰ ਕੱਢਣ ਵਾਸਤੇ ਸਾਨੂੰ ਇਕਜੁੱਟ ਹੋਣਾ ਪੈਣਾ, ਪੂਰੇ ਦੇਸ਼ ਨੂੰ ਏਕਤਾ ਨਾਲ ਲੜਨਾ ਪੈਣਾ ਔਰ ਉਹਦੇ ਲਈ ਤਿਆਰੀ ਕਰਨ ਦੀ ਲੋੜ ਹੈ। ਤੇ ਪਿਛਲੇ ਦਿਨਾਂ ਦੇ ਦੌਰਾਨ ਜਿਵੇਂ ਕਿਸਾਨ ਅੰਦੋਲਨ ਸਮਾਪਤ ਹੋਇਆ ਦਿੱਲੀ ਦੇ ਵਿੱਚ, ਜਿਹੜੇ ਰਾਜੇਵਾਲ ਸਾਹਿਬ ਨੇ ਉਹਨਾਂ ਨੂੰ ਇਹੋ ਜਿਹੀ ਕੀ ਉਹਨਾਂ ਦੀ ਮਜਬੂਰੀ ਆ ਗਈ ਵੀ ਉਹਨਾਂ ਨੇ ਤੁਹਾਨੂੰ RSS ਦਾ ਬੰਦਾ ਜਿਹੜਾ ਕਹਿ ਦਿੱਤਾ ਗਿਆ? ਮਤਲਬ ਉਹਨਾਂ ਦੀ ਇਸ ਦੇ ਪਿੱਛੇ ਕੀ ਸੀ? ਤੁਸੀਂ ਡੂੰਘਾਈ ਨਾਲ ਵੀ ਤਾਂ ਸੋਚਿਆ ਹੋਣਾ, ਕਿਉਂਕਿ ਉਹ ਵੀ ਇੱਕ ਸਧਾਰਨ ਵਿਅਕਤੀ ਨਹੀਂ ਹੈਗੇ ਤੇ ਤੁਸੀਂ ਵੀ ਵਿਚਰ ਰਹੇ ਹੋ ਲੋਕਾਂ ਦੇ ਜੀ, ਤੁਸੀਂ ਵੀ ਇੱਕ ਸਧਾਰਨ ਵਿਅਕਤੀ ਨਹੀਂ। ਦੇਖੋ, ਮੈਂ ਤਾਂ ਮਤਲਬ ਜ਼ਿਆਦਾ ਗੱਲ ਨਾ ਕਰਨ ਦੀ ਲੋੜ ਸਮਝੂਗਾ ਇਸ ਗੱਲ ਤੇ ਕਿ ਇੱਕ ਸੌਖੀ ਜੀ ਗੱਲ ਇਹ ਹੈ ਕਿ ਜੇ ਉਹਨਾਂ ਨੇ ਮੈਨੂੰ RSS ਦੇ ਨਾਲ ਜੁੜਿਆ ਕਿਹਾ ਹੈ ਤਾਂ ਇੱਕ ਜ਼ਿੰਮੇਵਾਰੀ ਪੈ ਗਈ ਰਾਜੇਵਾਲ ਸਾਹਿਬ ਤੇ ਹੋਰ ਕਿ ਹੁਣ ਉਹ ਸਾਬਤ ਕਰਨ ਕਿ ਮੇਰਾ RSS ਨਾਲ ਕੀ ਸੰਬੰਧ ਹੈ। ਔਰ ਮੈਂ ਪਬਲਿਕ ਦੇ ਸਾਹਮਣੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਗੱਲ ਕਹਿਣਾ ਹੈ ਕਿ ਉਹ ਛੱਡ ਦਿਓ, ਰਾਜੇਵਾਲ ਸਾਹਿਬ ਨੂੰ ਛੱਡ ਦਿਓ। ਕੋਈ ਵੀ ਆਗੂ, ਈਵਨ ਕਿ RSS ਦਾ ਮੁਖੀਆ ਵੀ ਜਾਂ ਕੋਈ ਵੀ ਆਦਮੀ ਕਿਤੋਂ ਵੀ ਇਹ ਗੱਲ ਸਿੱਧ ਕਰ ਦੇ ਕਿ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਦਾ RSS ਨਾਲ ਕਿਤੋਂ ਦੂਰ ਦਾ ਵੀ ਨਾਤਾ ਜੁੜਦਾ ਹੋਵੇ, ਤੋ ਜਿਹੜੀ ਇਹ ਗੱਲ ਕਹਿਣੀ ਹੈ ਨਾ ਉਹਨਾਂ ਦੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਘਬਰਾਹਟ ਹੈ। ਉਹ ਕਿਸੇ ਘਬਰਾਹਟ ਦੇ ਵਿੱਚੋਂ, ਕਿਸੇ ਹੜਬੜਾਹਟ ਦੇ ਵਿੱਚੋਂ ਅਜਿਹੇ ਸ਼ਬਦ ਮਤਲਬ ਬੋਲੇ ਨੇ ਕਿਉਂਕਿ ਉਹਨਾਂ ਨੂੰ ਮੇਰੇ ਤੇ ਨਾਰਾਜ਼ਗੀ ਸੀ। ਉਹਨਾਂ ਦੀ ਵੱਡੀ ਨਾਰਾਜ਼ਗੀ ਸੀਗੀ ਕਿ ਜਿਸ ਵੇਲੇ ਅਸੀਂ 3 ਕਾਨੂੰਨਾਂ ਦੀ ਲੜਾਈ ਹਜੇ ਜਾਰੀ ਸੀ, ਲੜ ਰਹੇ ਸੀ, ਉਦੋਂ ਹਜੇ ਮਾਫ ਨਹੀਂ ਸੀਗਾ, ਆਪਣਾ ਰੱਦ ਨਹੀਂ ਸੀ ਕੀਤੇ। ਔਰ ਉਸ ਵੇਲੇ ਇੱਕ ਚਿੱਠੀ ਲਿਖੀ ਗਈ ਕੁਝ ਆਗੂਆਂ ਵੱਲੋਂ ਭਾਰਤ ਸਰਕਾਰ ਨੂੰ, ਜਿਹਦਾ ਸਭ ਤੋਂ ਪਹਿਲਾਂ ਵਿਰੋਧ ਮੈਂ ਕੀਤਾ ਕਿ ਤੁਸੀਂ ਇਹ ਚਿੱਠੀ ਜਿਹੜੀ ਲਿਖੀ ਹੈ, ਇਸ ਚਿੱਠੀ, ਚਲੋ ਚਿੱਠੀ ਦੇ ਵਿੱਚ ਇਹ ਲਿਖ ਦਿੰਦੇ ਵੀ ਅਸੀਂ 3 ਕਾਨੂੰਨ ਰੱਦ ਕਰੋ ਸਾਡੇ, ਤਾਂ ਅਸੀਂ ਕਿਤੇ ਨਾ ਕਿਤੇ ਠੀਕ ਆ, ਜਿਹੜੀ ਸਾਡੀ ਮੰਗ ਆ ਉਹ ਲਿਖੀ ਗਈ। ਇਹਨਾਂ ਨੇ ਉਹ ਚਿੱਠੀ ਦੇ ਵਿੱਚ ਇਹ ਲਿਖ ਦਿੱਤਾ ਕਿ 1 ਕਾਨੂੰਨ ਰੱਦ ਹੋਵੇ, 1 ਦੇ ਉੱਤੇ ਕਮੇਟੀ ਬਣ ਜੇ ਔਰ 1 ਦੇ ਵਿੱਚ ਸੋਧਾਂ ਕਰਕੇ ਸਟੇਟ ਤੇ ਛੱਡ ਦਿਓ। ਇਹ ਗੱਲ ਆਈ, ਜਿਉਂ ਇਹ ਗੱਲ ਆਈ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਿਆ ਚੁਭੀ ਗੱਲ ਵੀ ਇਹ ਗੱਲ ਠੀਕ ਨਹੀਂ ਹੈ, ਅਸੀਂ ਆਪਦੀ ਪਬਲਿਕ ਨਾਲ ਕਿਤੇ ਨਾ ਕਿਤੇ ਧੋਖਾ ਕਰ ਰਹੇ ਹਾਂ, ਉਹ ਅਸੀਂ ਮਤਲਬ ਬਰਦਾਸ਼ਤ ਨਹੀਂ ਕਰ ਸਕਾਂਗੇ। ਔਰ ਉਹਦਾ ਮੈਂ ਵਿਰੋਧ ਕੀਤਾ ਹੈ, ਔਰ ਉਹਦਾ ਵਿਰੋਧ ਕੀਤਾ ਹੈ ਮੈਂ, ਤੇ ਮਤਲਬ ਉਸ ਦਿਨ ਵੀ ਕਿਹਾ, ਕੁਝ ਦਿਨ ਬਾਅਦ, ਕਿਉਂਕਿ ਜਿੰਨੇ ਦਿਨ ਹਜੇ ਚਿੱਠੀ ਜ਼ਾਹਰ ਕਰਨੀ ਮੈਂ ਵਾਜਬ ਨਹੀਂ ਸਮਝੀ, ਜਿੰਨੇ ਕੁ ਦਿਨ ਸਰਕਾਰ ਸਾਡੇ ਕਾਨੂੰਨ ਰੱਦ ਕਰਨੇ ਪੱਕੀ ਤਰ੍ਹਾਂ ਮਤਲਬ ਪੁਖਤਾ ਕਰ ਨਹੀਂ ਦਿੰਦੀ, ਜਿਸ ਦਿਨ ਰਾਸ਼ਟਰਪਤੀ ਦੇ ਸਾਈਨ ਹੁੰਦੇ ਨੇ ਉਸ ਤੋਂ ਬਾਅਦ ਮੈਂ ਮਤਲਬ ਲੋਕਾਂ ਦੇ ਵਿੱਚ ਇਹ ਗੱਲ ਆਈ ਹੈ, ਲਿਆਂਦੀ ਹੈ, ਬੋਲਣਾ ਪਿਆ ਮੈਨੂੰ, ਕਿਉਂਕਿ ਦੇਖੋ ਮੋਰਚਾ ਹੈ, ਜੇ ਤਾਂ ਅਸੀਂ ਮੋਰਚੇ ਨੂੰ ਬਚਾਉਣ ਵਾਸਤੇ ਚੁੱਪ ਦੀ ਲੋੜ ਹੈ ਤਾਂ ਮੇਰਾ ਖਿਆਲ ਹੈ ਬਹੁਤ ਵਾਰੀ ਚੁੱਪ ਰਹੇ ਹਾਂ। ਇਹ ਮੇਰੀ ਕੋਈ ਰਾਜੇਵਾਲ ਸਾਹਿਬ ਨਾਲ ਦੁਸ਼ਮਣੀ ਨਹੀਂ ਹੈ, ਬਹੁਤ ਵਾਰੀ ਰਾਜੇਵਾਲ ਸਾਹਿਬ ਤੋਂ ਕਦੇ ਗਲਤੀਆਂ ਹੋਈਆਂ, ਕਦੇ ਬੋਲਣ 'ਚ ਕੋਈ ਗੱਲ ਹੋਈ ਤਾਂ ਮੈਂ ਇਹਨਾਂ ਦੀ ਬੈਕ ਤੇ ਖੜਦਾ ਰਿਹਾ, ਔਰ ਇਹ ਉੱਥੇ ਜਾ ਕੇ ਲੋਕਾਂ ਤੋਂ ਮਾਫੀਆਂ ਵੀ ਮੰਗੀਆਂ ਨੇ। ਔਰ ਜੇ ਅੱਜ ਰਾਜੇਵਾਲ ਸਾਹਿਬ ਐਡੀ ਵੱਡੀ ਗਲਤੀ ਕਰਨ ਕਿ ਮੋਰਚੇ ਦਾ ਹੀ ਮਤਲਬ ਸਤਿਆਨਾਸ਼ ਹੋ ਜੇ, ਉਹ ਗੱਲ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਵੀ ਤਾਂ ਉੱਥੇ ਮਤਲਬ 2500-2600 ਟਰੈਕਟਰ ਟਰਾਲੀ ਲੈ ਕੇ ਗਏ ਹਾਂ, ਤੋ ਅਸੀਂ ਆਪਦੇ ਲੋਕਾਂ ਨਾਲ ਧੋਖਾ ਹੁੰਦਾ ਮਤਲਬ ਬਰਦਾਸ਼ਤ ਨਹੀਂ ਕਰ ਸਕਾਂਗੇ। ਉੱਥੇ ਜਾ ਕੇ ਅਸੀਂ ਇਹ ਵਿਰੋਧ ਕੀਤਾ ਹੈ ਕਿ ਅਸੀਂ ਨਹੀਂ ਹੋਣ ਦੇਵਾਂਗੇ। ਫਿਰ ਉਸ ਤੋਂ ਅੱਗੇ ਆ ਗਈ ਗੱਲ ਕਿ ਹਜੇ ਦੇਖੋ 29 ਤਰੀਕ ਨੂੰ ਰਾਜੇਵਾਲ ਸਾਹਿਬ ਦਾ ਇੱਕ ਬਿਆਨ ਆ ਜਾਂਦਾ ਹੈ, ਸਟੇਜ ਤੋਂ ਬੋਲ ਦਿੰਦੇ ਆ ਕਿ ਜੀ 30 ਤਰੀਕ ਨੂੰ ਆਪਾਂ ਵਾਪਸ ਘਰ ਚੱਲਣਾ ਹੈ, ਤਿਆਰੀ ਕਰ ਲਓ। ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਵੀ ਇਸ ਤਰ੍ਹਾਂ ਜਾਣਾ, ਇਸ ਤਰ੍ਹਾਂ ਜਾਣਾ, ਸਮਝਾਇਆ ਜਾ ਰਿਹਾ। ਹੁਣ ਸਵਾਲ ਇਸ ਗੱਲ ਦਾ ਹੈ ਕਿ ਹਜੇ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਦਰਜ ਉਹਦੇ ਵਿੱਚ ਪਏ ਆ, ਅਸੀਂ ਉਹਨਾਂ ਨੂੰ ਛੱਡ ਕੇ ਕਿਵੇਂ ਆ ਜਾਈਏ ਜੀ? ਜੇ ਅਸੀਂ ਉੱਥੇ ਮੀਟਿੰਗ ਦੇ ਵਿੱਚ ਇਹਦਾ ਵਿਰੋਧ ਕੀਤਾ ਵੀ ਤੁਸੀਂ ਇਹ ਗਲਤ ਕਰ ਰਹੇ ਹੋ, ਤਾਂ ਉੱਥੇ ਸੁਝਾਅ ਇਹ ਆਉਂਦਾ ਹੈ ਕਿ ਜੀ ਆਪਾਂ ਸਟੇਟਾਂ 'ਚ ਜਾ ਕੇ ਲੜ ਲਾਂਗੇ। ਮੈਂ ਕਹਿੰਦਾ ਜੀ ਅੱਜ ਅਸੀਂ ਲੜ ਰਹੇ ਹਾਂ, ਅੱਜ ਅਸੀਂ ਕੇਂਦਰ ਨਾਲ ਲੜ ਰਹੇ ਹਾਂ। ਮੈਟਰ ਭਾਵੇਂ ਸਟੇਟਾਂ ਨੇ ਪਰਚੇ ਰੱਦ ਕਰਨੇ ਹੈ, ਠੀਕ, ਕੋਈ ਦੋਰਾਵਾ ਨਹੀਂ ਹੈ, ਲੇਕਿਨ ਅਗਰ ਭਾਰਤ ਦਾ ਗ੍ਰਹਿ ਮੰਤਰਾਲੇ ਤੋਂ ਆਦੇਸ਼ ਆਉਂਦਾ ਕਿ ਪਰਚੇ ਵਾਪਸ ਲਓ, ਤਾਂ ਮੇਰਾ ਖਿਆਲ ਹੈ ਕਿ ਆਦੇਸ਼ ਨਾਲ ਮਸਲਾ ਹੱਲ ਹੁੰਦਾ। ਅਸੀਂ ਉੱਥੇ ਹੀ ਕਿਉਂ ਨਾ ਹੋਰ ਹਫ਼ਤਾ ਬੈਠ ਕੇ 10 ਦਿਨ ਬੈਠ ਕੇ ਕਰੀਏ। ਤੋ ਸਾਡੇ ਪਰਚੇ ਰੱਦ ਕਰਨ ਵਾਸਤੇ 8 ਤਰੀਕ ਨੂੰ ਸਰਕਾਰ ਸਹਿਮਤ ਹੁੰਦੀ ਹੈ, ਤੇ ਸਾਡੇ ਰਾਜੇਵਾਲ ਸਾਹਿਬ ਵੱਲੋਂ ਅਨਾਉਂਸਮੈਂਟ 29 ਤਰੀਕ ਨੂੰ ਇਹ ਕਰ ਦਿੱਤੀ ਜਾਂਦੀ ਵੀ 30 ਤਰੀਕ ਨੂੰ ਚਲੋ ਵਾਪਸ। ਤਾਂ ਜਿਹੜੀ ਇਹ ਅਣਗਹਿਲੀਆਂ ਸੀ, ਇਹਨਾਂ ਅਣਗਹਿਲੀਆਂ ਦੇ ਖਿਲਾਫ ਬੋਲਣ ਦੀ ਉਸ ਵੇਲੇ ਦੀ ਲੋੜ ਸੀਗੀ, ਬੋਲਣਾ ਪਏਗਾ। ਇਹਦੇ ਕਰਕੇ ਡੱਲਾਵਾਲ ਸਾਹਿਬ ਨੂੰ ਜਿਹੜੇ ਨੇ ਕਈ ਕੁਝ ਸੁਣਨਾ ਪਿਆ। ਅੱਗੇ ਆਪਾਂ ਗੱਲ ਕਰੀਏ, ਕਿਸੇ ਨੂੰ ਵੀ ਆਪਾਂ ਵਿਸ਼ੇ ਨੂੰ ਗੱਲ ਕਰਦੇ ਹਾਂ ਤਾਂ ਕਿਸੇ ਸ਼ਖਸੀਅਤ ਦਾ ਨਾਮ ਅੱਗੇ ਲੈਣਾ ਪੈਂਦਾ ਹੈ। ਪਿਛਲੇ ਦਿਨੀ ਲੱਖਾ ਸਿਧਾਣਾ ਕਿਸੇ ਵਿਚਾਰ ਚਰਚਾ ਦੇ ਵਿੱਚ ਲੋਕਾਂ ਦੇ ਵਿੱਚ ਬੈਠੇ ਹੋਏ ਸਨ। ਉੱਥੇ ਇੱਕ ਮਾਂ ਕਹਿ ਰਹੀ ਸੀ
ਕਿ ਸਾਡੀ ਹੋਰ ਕੋਈ ਮੰਗ ਨਹੀਂ, ਸਾਨੂੰ ਨਾ ਹਜ਼ਾਰਾਂ ਰੁਪਏ ਦੀ ਲੋੜ ਹੈ, ਨਾ ਸਾਨੂੰ ਕਿਸੇ ਹੋਰ ਮੁਫਤ ਚੀਜ਼ ਦੀ ਲੋੜ ਹੈ। ਸਾਡੇ ਪੁੱਤਰ ਜਿਹੜੇ ਨੇ ਉਹ ਚਿੱਟੇ ਸਮੈਕ ਤੋਂ ਬਚਾ ਲਓ, ਗੋਲੀਆਂ ਨਸ਼ਿਆਂ ਤੋਂ ਬਚਾ ਲਓ, ਨਹੀਂ ਤੇ ਅਸੀਂ ਬਰਬਾਦ ਹੋ ਜਾਵਾਂਗੇ। ਅਸੀਂ ਜੰਮ ਕੇ ਜਿਵੇਂ ਉਹਨਾਂ ਨੂੰ ਵੱਡੇ ਹੁੰਦੇ ਵੇਖਿਆ, ਅੱਜ ਅਸੀਂ ਮਰਦੇ ਨਹੀਂ, ਅਸੀਂ ਉਹਨਾਂ ਨੂੰ ਮੋਢਾ, ਸਾਡੇ ਮੋਢੇ ਨਹੀਂ ਹੈਗੇ, ਅਸੀਂ ਉਹਨਾਂ ਦਾ ਭਾਰ ਚੁੱਕ ਸਕੀਏ। ਇਹ ਬਹੁਤ ਵੱਡੀ ਗੱਲ ਹੈ ਜੀ। ਦੇਖੋ ਸਾਡੀਆਂ ਪੋਲੀਟੀਕਲ ਧਿਰਾਂ, ਔਰ ਜੇਕਰ ਮੈਂ ਇਦੋਂ ਵੀ ਗਾਹਾਂ ਗੱਲ ਕਰਾਂ, ਜਿਨ੍ਹਾਂ ਲੋਕਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਸੌਂਪਿਆ ਜਾ ਰਿਹਾ ਹੈ, ਅਡਾਨੀਆਂ ਦੀ ਉਸ ਪੋਰਟ ਤੋਂ ਐਡੀ ਵੱਡੀ ਖੇਪ ਫੜੀ ਜਾਂਦੀ ਹੈ ਜੀ ਜੀ ਇਸੇ ਚਿੱਟੇ ਦੀ। ਔਰ ਜਿਹੜਾ ਕਿਹਾ ਜਾਂਦਾ ਸੀਗਾ ਨਾ ਕਿ ਜੀ ਪੰਜਾਬ ਦੇ ਵਿੱਚ ਏਰੀਆ ਵਧਾ ਕੇ BSF ਦਾ 50 ਕਿਲੋਮੀਟਰ ਕਰ ਦਿਓ, ਕਰਨ ਕੋਈ ਦਿੱਕਤ ਨਹੀਂ, ਸਾਨੂੰ ਨੋ ਪ੍ਰੋਬਲਮ, ਪੰਜਾਬ ਭਾਵੇਂ ਸਾਰਾ BSF ਦੇ ਅੰਡਰ ਕਰ ਦੇਣ, ਪਰ ਇਹ ਲੌਜਿਕ ਨਹੀਂ ਠੀਕ ਉਹਨਾਂ ਦਾ। ਜਿੱਥੇ ਤਾਂ ਚਿੱਟਾ ਫੜਿਆ ਗਿਆ ਉੱਥੇ ਤਾਂ ਸੀਮਾ ਘਟਾਈ ਗਈ ਹੈ, ਔਰ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਕਿ ਪੰਜਾਬ ਹੀ ਸਾਰਾ ਕੁਝ ਕਰ ਰਿਹਾ ਹੈ। ਅਸਲ ਜੇ ਹੋ ਰਿਹਾ ਚਿੱਟੇ ਦਾ ਵਪਾਰ ਹੋ ਰਿਹਾ ਹੈ, ਹਥਿਆਰਾਂ ਦਾ ਵਪਾਰ ਹੋ ਰਿਹਾ ਹੈ, ਤਾਂ ਉਹ ਗੁਜਰਾਤ ਤੋਂ ਉਹਨਾਂ ਇਲਾਕਿਆਂ ਤੋਂ ਹੋ ਰਿਹਾ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਘਰ ਹੈ, ਜਿੱਥੇ ਉਹਨਾਂ ਦਾ ਆਧਾਰ ਹੈ, ਜਿੱਥੇ ਉਹਨਾਂ ਦਾ ਬੇਸ ਹੈ, ਉੱਥੋਂ ਹੋ ਰਿਹਾ ਹੈ। ਉੱਥੇ ਕੰਟਰੋਲ ਕਰਨ ਦੀ ਲੋੜ ਹੈ। ਤੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਅਡਾਨੀਆਂ ਅਬਾਨੀਆਂ ਦੇ ਨਾਲ ਮਿਲ ਕੇ ਸਾਡੀ ਸਰਕਾਰ ਲੋਕਾਂ ਨੂੰ ਨਸ਼ੇੜੀ ਬਣਾ ਕੇ, ਲੋਕਾਂ ਨੂੰ ਘੋਰੀ ਬਣਾ ਕੇ ਸਭ ਕਾਸੇ ਨੂੰ ਕਾਰਪੋਰੇਟ ਲੋਕਾਂ ਦੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੀ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ ਇੱਕ ਨਸ਼ੇੜੀ ਆਦਮੀ ਵੱਡੀ ਲੜਾਈ ਨਹੀਂ ਲੜ ਸਕਦਾ, ਉਹਨੂੰ ਜੇਲ੍ਹ ਜਾਣ ਤੋਂ ਵੀ ਡਰ ਲੱਗਦਾ ਹੈ, ਉਹਨੂੰ ਥਾਣੇ ਜਾਣ ਤੋਂ ਵੀ ਡਰ ਲੱਗਦਾ ਹੈ। ਅਗਰ ਕੋਈ ਆਦਮੀ ਸਾਫ਼ ਸੁਥਰਾ ਨਸ਼ੇ ਤੋਂ ਰਹਿਤ ਹੈ, ਉਹ ਆਦਮੀ ਇੱਕ ਠੋਕ ਕੇ ਮਤਲਬ ਮੈਦਾਨ 'ਚ ਖੜੂਗਾ। ਤੋ ਇਹਨਾਂ ਨੂੰ ਇਹ ਆ ਗੱਲ ਕਿ ਉਹਨੂੰ ਉਦੋਂ ਤੱਕ ਜਦੋਂ ਤੱਕ ਅਸੀਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ, ਪੂਰੇ ਭਾਰਤ ਦੇ ਯੂਥ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰ ਦਿਓ। ਹੁਣ ਉਧਰੋਂ ਨਸ਼ੇ ਆ ਰਹੇ ਨੇ। ਠੀਕ ਚਿੰਤਾ ਸਾਡੀ ਉਸ ਮਾਂ ਦੀ ਜਿਹੜੀ ਇਹ ਸੋਚ ਰਹੀ ਹੈ ਕਿ ਸਾਡੇ ਬੱਚਿਆਂ ਦਾ ਕੀ ਬਣੇ। ਔਰ ਮੈਂ ਬੱਚਿਆਂ ਨੂੰ ਵੀ ਮਤਲਬ ਅਪੀਲ ਕਰੂੰਗਾ ਆਪ ਜੀ ਦੇ ਮਾਧਿਅਮ ਦੇ ਰਾਹੀਂ ਕਿ ਦੇਖੋ ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਜ਼ਮੀਨ, ਤੁਹਾਡੀ ਜਾਇਦਾਦ, ਤੁਹਾਡਾ ਸਭ ਕੁਝ ਖੋਹਣ ਦੀ ਇੱਕ ਚਾਲ ਹੈ ਜਿਹਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਚਿੱਟਾ ਸਾਰਾ ਕੁਝ ਨਹੀਂ ਹੈ। ਤੁਹਾਡੇ ਮਾਂ-ਬਾਪ ਤੁਹਾਨੂੰ ਸਮਝਾ ਰਹੇ ਨੇ ਤਾਂ ਉਹ ਕਿਸੇ ਕਾਰਨ ਸਮਝਾ ਰਹੇ ਨੇ। ਤੁਹਾਡੀ ਜ਼ਿੰਮੇਵਾਰੀ ਚਿੱਟਾ ਖਾ ਕੇ, ਚਿੱਟਾ ਲਾ ਕੇ ਤਾਸ਼ਾਂ ਖੇਡਣ ਨਾਲ ਜਾਂ ਮਤਲਬ ਚਕਮਕੀਆਂ ਕਰਨੀਆਂ ਨਹੀਂ ਹੈ। ਤੁਹਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਤੁਹਾਡੀ ਮਾਂ ਨੂੰ ਤੁਹਾਡੀ ਲੋੜ ਹੈ, ਤੁਹਾਡੇ ਬਾਪ ਨੂੰ ਵੀ ਤੁਹਾਡੀ ਲੋੜ ਹੈ, ਤੁਹਾਡੀ ਧੀ ਨੂੰ ਤੁਹਾਡੀ ਲੋੜ ਹੈ, ਤੁਹਾਡੀ ਪਤਨੀ ਨੂੰ ਤੁਹਾਡੀ ਲੋੜ ਹੈ, ਤੁਹਾਡੇ ਸਮੁੱਚੇ ਪਰਿਵਾਰ ਨੂੰ ਤੁਹਾਡੀ ਲੋੜ ਹੈ। ਇਸ ਕਰਕੇ ਉਹ ਲੋੜਾਂ ਵੀ ਤੁਸੀਂ ਪੂਰੀਆਂ ਕਰਨੀਆਂ। ਇਹ ਥੋੜੀ ਆ ਗੱਲ ਕਿ ਮੁੰਡਾ ਨੌਜਵਾਨ ਹੋ ਗਿਆ ਤੇ ਜੋ ਮਰਜ਼ੀ ਕਰ ਲੇ, ਨਹੀਂ, ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹ ਉਹਦੀ ਜ਼ਿੰਮੇਵਾਰੀ ਸੰਭਾਲੇ। ਔਰ ਨਾਲ ਖਾਸ ਕਰਕੇ ਤੁਹਾਡੀ ਬੱਚਿਆਂ ਦੀ ਜ਼ਮੀਨ ਜਾਇਦਾਦ ਸੰਭਾਲਣ ਵਾਸਤੇ ਅੱਜ ਯੂਥ ਲੜਿਆ ਨਾ ਪੰਜਾਬ ਦਾ। ਔਰ ਇਸੇ ਤਰ੍ਹਾਂ ਆਉਣ ਵਾਲੀਆਂ ਲੜਾਈਆਂ ਤੁਹਾਨੂੰ ਲੜਨੀਆਂ ਪੈਣੀਆਂ। ਜਿਹੜੇ ਵੀ ਨੌਜਵਾਨ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਲੱਗ ਵੀ ਗਏ, ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਛੱਡ ਦਿਓ ਹੁਣ ਇਹਦਾ ਖਹਿੜਾ। ਹੁਣ ਸਾਫ਼ ਹੋ ਕੇ ਐਨ ਮਤਲਬ ਲੜਾਕੇ ਮੈਦਾਨ ਦੇ ਵਿੱਚ ਉਤਰਨ ਵਾਲੀ ਆਪਦੀ ਸੋਚ ਬਣਾਓ, ਔਰ ਤੁਹਾਨੂੰ ਉਹਦੇ ਲਈ ਤਿਆਰ ਹੋਣਾ ਪੈਣਾ ਹੈ। ਪਿਛਲੇ ਸਮੇਂ ਦੇ ਦੌਰਾਨ ਜਦੋਂ ਮੈਂਬਰ ਪਾਰਲੀਮੈਂਟ ਸਨ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਇੱਕ ਮੰਗ ਰੱਖੀ ਸੀ ਸੈਂਟਰ ਅੱਗੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ। ਜੇਕਰ ਅਜਿਹਾ ਨਹੀਂ ਵੀ ਤਾਂ ਉਸ ਦੇ ਬਦਲੇ 'ਚ ਜਿਹੜੇ ਲੋਕ ਗੋਲੀਆਂ ਖਾਂਦੇ ਨੇ, ਜੀਵ ਵਾਲੀਆਂ ਗੋਲੀਆਂ, ਉਹਨਾਂ ਦੀ ਸੰਖਿਆ ਜਿਹੜੀ ਉਹ 35 ਲੱਖ ਦੇ ਲਗਭਗ ਹੈ। ਇੱਕ ਡਾਕਟਰ ਹੋਣ ਦੇ ਨਾਤੇ ਉਹਨਾਂ ਨੇ ਰਿਸਰਚ ਕਰੀ ਹੈ ਵਿਦੇਸ਼ਾਂ ਦੇ ਵਿੱਚ, ਚਾਹੇ ਉਹ ਕੈਨੇਡਾ ਦੀ ਆਪਾਂ ਗੱਲ ਕਰ ਲਈਏ ਜਾਂ ਅਮਰੀਕਾ ਦੀ ਗੱਲ ਕਰ ਲਈਏ, ਉੱਥੇ ਇੱਕ ਪਰਮਿਸ਼ਨ ਦਿੱਤੀ ਗਈ ਘਰ ਦੇ ਪਿਛਵਾੜੇ ਦੇ ਵਿੱਚ ਕੁਝ ਬੂਟੇ ਲਾਉਣ ਦੀ, ਤਾਂ ਕਿ ਉਹ ਬੰਦਾ ਜਿਹੜਾ ਹੋਰ ਜਿਹੜੇ ਗਲਤ ਪਾਸੇ ਨਾ ਜਾਵੇ। ਪੰਜਾਬ ਵੱਲ ਜਦੋਂ ਅਕਸਰ ਉਹ ਗੱਲ ਕਰਦੇ ਨੇ ਤਾਂ ਜਦੋਂ 1985 ਦੇ ਵਿੱਚ 84 ਲੰਘਣ ਤੋਂ ਬਾਅਦ 85 ਦੇ ਵਿੱਚ NDPS ਐਕਟ ਆਉਂਦਾ, ਉਸ ਤੋਂ ਪਹਿਲਾਂ ਕੁਛ ਨਹੀਂ ਸੀ ਹੈਗਾ। ਤਾਂ ਜਿਹੜੇ ਲੋਕ ਨੇ ਆਮ ਸਧਾਰਨ ਭਾਸ਼ਾ ਦੇ ਵਿੱਚ ਉਹ ਕਹਿੰਦੇ ਨੇ ਅਮਲੀ ਕਹਿ ਦਿੱਤਾ ਜਾਂਦਾ ਸੀ, ਚਲੋ ਜਿਹੜਾ ਕੋਈ ਫੀਮ ਡੋਡੇ ਵਗੈਰਾ ਖਾਂਦਾ ਸੀ, ਪਰ ਉਹ ਅੱਜ ਦੇ ਨਸ਼ਿਆਂ ਵਾਂਗੂ ਨਮਰਦੀ ਦਾ ਸ਼ਿਕਾਰ ਨਹੀਂ ਸੀ ਹੁੰਦਾ ਹੈਗਾ। ਇਹਦੇ ਨਾਲ ਧੀਆਂ ਦੇ ਜਿਹੜੇ ਘਰਾਂ ਦੇ ਵਿੱਚ ਹੋਰ ਕਲੇਸ਼ ਵੱਧ ਰਹੇ ਨੇ, ਜਿਹਨੂੰ ਲੋਕ ਨਹੀਂ ਸਮਝ ਰਹੇ ਕਿ ਇੱਥੇ ਹੋ ਕੀ ਰਿਹਾ। ਜਿਹੜਾ ਚਿੱਟਾ ਸਮੈਕ ਗੋਲੀਆਂ ਨੇ, ਚਾਹੇ ਉਹ ਸਿਰ ਦਰਦ ਦੀ ਗੋਲੀ ਤੱਕ ਦੀ ਵੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਜਦੋਂ ਕੋਈ ਮਰੀਜ਼ ਸਾਡੇ ਕੋਲ ਆਉਂਦਾ, ਜਦੋਂ ਹਾਰਟ ਅਟੈਕ ਦਾ ਮਰੀਜ਼ ਆਉਂਦਾ, ਸਭ ਤੋਂ ਪਹਿਲਾਂ ਜਿਹੜੀ ਗੋਲੀ ਅਸੀਂ ਅਗਲੇ ਨੂੰ ਦੇਨੇ ਖਾਣ ਵਾਸਤੇ ਉਹ ਫੀਮ ਤੋਂ ਬਣੀ ਹੁੰਦੀ ਹੈ। ਤੁਹਾਡੀ ਕੀ ਪ੍ਰਤੀਕਿਰਿਆ? ਦੇਖੋ, ਮੈਂ ਤੇ ਸਖਤ ਵਿਰੋਧੀ ਹਾਂ ਇਹਨਾਂ ਦੀ ਉਸ ਸਟੇਟਮੈਂਟ ਦਾ। ਇਹ ਕਿਹੜਾ ਤਰੀਕਾ ਹੋਇਆ ਜੀ ਉਹਨੂੰ ਇਹ ਕਹਿਣਾ ਕਿ ਜੀ ਇਹਨਾਂ ਨੂੰ ਗੋਲੀਆਂ ਤੋਂ ਹਟਾ ਕੇ, ਇਹਨਾਂ ਨੂੰ ਚਿੱਟੇ ਸਮੈਕ ਤੋਂ ਹਟਾ ਕੇ ਫੀਮ ਤੇ ਲਾ ਦਿਓ। ਅਗਰ ਅਸੀਂ ਚਿੰਤਾ ਕਰ ਰਹੇ ਹਾਂ ਕਿ ਦੇਸ਼ ਨੂੰ ਤੁਹਾਡੀ ਜ਼ਮੀਨ ਖੋਹਣੀ ਆ ਅਗਲਿਆਂ ਨੇ, ਜਦੋਂ ਜ਼ਮੀਨ ਖੋਹਣੀ ਆ, ਅਗਰ ਤੁਸੀਂ ਨਸ਼ੇੜੀ ਹੋਏ, ਅਗਰ ਤੁਸੀਂ ਜੇਕਰ ਫੀਮ ਦਾ ਅਮਲੀ ਆ ਕੋਈ ਬੰਦਾ ਜਾਂ ਪੋਸਟ ਦਾ ਅਮਲੀ ਆ ਕੋਈ ਬੰਦਾ, ਕੀ ਉਹ ਜੇਲ੍ਹ ਜਾਣ ਲਈ ਤਿਆਰ ਹੋ ਜਾਏਗਾ? ਲੋੜ ਇਸ ਗੱਲ ਦੀ ਹੈ।
ਕਿ ਸਾਡੇ ਯੂਥ ਨੂੰ ਬਿਲਕੁਲ ਨਸ਼ੇ ਤੋਂ ਰਹਿਤ ਰੱਖਣ ਦੀ ਲੋੜ ਹੈ, ਰਹਿਤ ਕਰਨ ਦੀ ਲੋੜ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਲੜਨੀਆਂ, ਜੇਲ੍ਹਾਂ ਭਰਨੀਆਂ ਪੈਣੀਆਂ, ਔਰ ਜੇ ਸਾਡਾ ਯੂਥ ਜੇਲ੍ਹਾਂ ਭਰਨ ਜੋਗਰਾ ਹੋਏਗਾ, ਉਹ ਤਾਂ ਹੀ ਹੋਏਗਾ ਨਾ ਜੋ ਨਸ਼ੇ ਤੋਂ ਬਿਲਕੁਲ ਬੇਪਰਵਾਹ ਹੋਏਗਾ ਕਿ ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਭਾਵੇਂ 6 ਮਹੀਨੇ ਰਹਾਂ ਜੇਲ੍ਹ 'ਚ, ਮੈਂ ਭਾਵੇਂ ਸਾਲ ਰਹਾਂ ਜੇਲ੍ਹ 'ਚ। ਅਗਰ ਸਾਡੇ ਨੌਜਵਾਨ ਨੂੰ ਜੇਲ੍ਹ ਦਿਸਦਿਆਂ ਸਾਰ ਹੀ ਪਸੀਨਾ ਆਉਣਾ ਸ਼ੁਰੂ ਹੋ ਗਿਆ ਤਾਂ ਉਹ ਲੜਾਈ ਕੀ ਲੜੂਗਾ ਜੀ। ਸੋ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਦੀ ਇਹ ਗੱਲ ਨਾਲ ਮੈਂ ਬਿਲਕੁਲ ਐਗਰੀ ਨਹੀਂ ਆ। ਜਿਹੜੀ ਉਹ ਫੀਮ ਦੀ ਖੇਤੀ ਦੀ ਗੱਲ ਕਰਦੇ ਨੇ, ਫੀਮ ਦੀ ਖੇਤੀ ਕਿਤੇ ਸੌਖੀ ਗੱਲ ਹੈ? ਗੱਲ ਕਰ ਦੇਣੀ ਬੜੀ ਆਸਾਨ ਹੈ। ਅਗਲਿਆਂ ਦੀ ਸੀਮਾ ਰੱਖੀ ਹੈ ਕਿ ਇਦੋਂ ਘੱਟ ਜੇਕਰ ਤੁਸੀਂ ਮੰਨ ਲਓ ਉਹਨਾਂ ਨੇ ਰੱਖਦਾ ਕਿ 9 ਕਿਲੋ ਅਸੀਂ ਲੈਣੀ ਆ, ਜਾਂ 7 ਕਿਲੋ ਲੈਣੀ ਹੈ, 10 ਕਿਲੋ ਲੈਣੀ ਹੈ ਏਕੜ ਦੀ, ਜਾਂ 15 ਕਿਲੋ ਲੈਣੀ ਹੈ ਏਕੜ ਦੀ। ਅਗਰ ਤੁਹਾਡੀ 15 ਕਿਲੋ ਪੂਰੀ ਨਹੀਂ ਤਾਂ ਪੈਨਲਟੀ ਪੈਣੀ ਹੈ। ਇਹ ਸੌਖਾ ਨਹੀਂ ਗਾ ਕੰਮ ਵੀ ਅਫੀਮ ਦੀ ਖੇਤੀ ਕਰਦੇ। ਅਗਰ ਅਫੀਮ ਦੀ ਖੇਤੀ ਨੂੰ ਡੋਡੇ ਨੂੰ ਕਿੰਨੀ ਵੱਡੀ ਪੱਧਰ ਦੇ ਉੱਤੇ ਮਤਲਬ ਤੋਤਾ ਪੈਂਦਾ ਜੀ। 10 ਦਿਨ ਕਿਸਾਨ ਬਿਮਾਰ ਹੋਗਾ ਤੇ ਸਾਰੇ ਡੋਡੇ ਤੋਂ ਤੋਤਾ ਲੈ ਕੇ ਤੋੜ ਕੇ, ਤਾਂ ਅਫੀਮ ਕਿੱਥੋਂ ਪੂਰੀ ਕਰਕੇ ਦੇਗਾ? ਇਹ ਬੇਲੋੜੀਆਂ ਗੱਲਾਂ ਨੇ। ਅਗਰ ਡਾਕਟਰ ਨੇ ਉਹ, ਤਾਂ ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਇੱਧਰਲੇ ਪਾਸੇ ਨਹੀਂ ਕਿ ਕਿਸਾਨ ਦੇ ਬੱਚੇ ਨੂੰ, ਸਾਡੇ ਨੌਜਵਾਨ ਨੂੰ, ਸਾਡੇ ਮਜ਼ਦੂਰ ਦੇ ਬੱਚੇ ਨੂੰ ਸਮੈਕ ਤੋਂ ਟਾਲ ਕੇ ਤੇ ਅਸੀਂ ਡੋਡਿਆਂ ਤੇ ਲਾ ਦਈਏ ਨਾ। ਸਾਡੇ ਉਹਨਾਂ ਨੂੰ ਨਸ਼ਿਆਂ ਤੋਂ ਬਿਲਕੁਲ ਰਹਿਤ ਕਰਨ ਦੀ ਲੋੜ ਹੈ। ਨਹੀਂ, ਜਿਹੜੇ ਬੱਚੇ ਉਹਨਾਂ ਦਾ ਇਹੀ ਕਰਨ, ਉਹਨਾਂ ਦਾ ਵੀ ਹੈ। ਹੋਰ ਬੜੇ ਲੋਕ ਨੇ, ਯੂਨੀਅਨਾਂ ਨੇ, ਜਿਨ੍ਹਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਲੋਕ ਗ੍ਰਸਤ ਨੇ ਹੁਣ ਉਸ ਦੇ ਵਿੱਚ, ਉਸ ਨੂੰ ਫਿਰ ਕੱਢਿਆ ਕਿਵੇਂ ਜਾਵੇ? ਨਹੀਂ, ਬਚਾਉਣ ਵਾਸਤੇ ਅਗਰ ਅਸੀਂ ਸਾਰੇ ਦੇਖੋ, ਮੇਰੀ ਇੱਕ ਸਮਝ ਹੈ ਕਿ ਸਾਡਾ ਬੱਚੇ ਨੂੰ ਅਸੀਂ, ਅਗਰ ਤੁਸੀਂ ਸਹੀ ਗੱਲ ਸਮਝਾ ਗਏ ਕਿ ਇਹ ਤੇਰੀ ਜ਼ਿੰਦਗੀ ਤਾਂ ਜਾਣੀ ਆ, ਨਸ਼ਾ ਜੇ ਬੱਚਾ ਕੋਈ ਕਰਦਾ ਹੈ ਤਾਂ ਉਹਦੀ ਜ਼ਿੰਦਗੀ ਦੇ ਨਾਲ ਅਗਰ ਤੁਸੀਂ ਉਹਨੂੰ ਇਹ ਦੱਸ ਦਿਓ ਨਾ ਕਿ ਆਹ ਜਿਹੜਾ ਛੋਟਾ ਜਿਹਾ ਬੱਚਾ ਖੇਡਦਾ ਫਿਰਦਾ ਤੇਰਾ, ਫਿਰ ਇਹ ਵੀ ਜਾਏਗਾ। ਇਹਦਾ ਮੋਹ ਦੇਖ, ਇਹਦਾ ਪਿਆਰ ਦੇਖ, ਇਹ ਤੇਰੇ ਲਈ ਕੀ ਚੀਜ਼ ਹੈ। ਔਰ ਤੇਰੀ ਜਿੱਥੋਂ ਤੂੰ ਰੋਟੀ ਖਾਣਾ, ਉਹ ਰੋਟੀ ਖਾਣ ਵਾਲਾ ਥਾਂ ਵੀ ਜਾਏਗਾ। ਤੇਰੀਆਂ ਅੱਖਾਂ ਦੇ ਸਾਹਮਣੇ ਤੇਰੀ ਪਤਨੀ ਨੂੰ ਮਜ਼ਦੂਰੀ ਕਰਨੀ ਪੈਣੀ ਹੈ। ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਪੁੱਤ ਨੂੰ ਜਾ ਕੇ ਕਿਤੇ ਨਾ ਕਿਤੇ ਦਿਹਾੜੀ ਕਰਨੀ ਪੈਣੀ ਹੈ। ਉਹਨਾਂ ਦੀ ਰਾਖੀ ਕਰਨ ਦੀ ਤੇਰੀ ਜ਼ਿੰਮੇਵਾਰੀ ਬਣਦੀ ਹੈ। ਮੇਰੇ ਬਾਪ ਨੇ ਮੈਨੂੰ ਜ਼ਮੀਨ ਦਾ ਮਾਲਕ ਬਣਾਤਾ। ਮੇਰੇ ਕੋਲ 20 ਕਿੱਲੇ ਜ਼ਮੀਨ ਆ, ਮੰਨ ਲਓ ਮੇਰੇ ਪਿਓ ਨੇ ਮੈਨੂੰ 20 ਕਿੱਲੇ ਜ਼ਮੀਨ ਦਿੱਤੀ ਹੈ। ਮੈਨੂੰ ਇਹ ਰਾਈਟ ਨਹੀਂ ਦਿੱਤਾ ਕਿ ਮੈਂ ਨਸ਼ੇ ਖਾ ਕੇ ਤੇ ਮੈਂ ਹੋਰ ਸ਼ਰਾਬਾਂ ਪੀ ਕੇ 20 ਕਿੱਲੇ ਉਡਾ ਦਿਆਂ ਤੇ ਆਪਦੇ ਬੱਚਿਆਂ ਨੂੰ ਮਤਲਬ ਬਿਲਕੁਲ ਮਲੰਗ ਕਰਕੇ ਦੇ ਦਿਆਂ। ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਮੈਂ ਵਧਾ ਕੇ ਨਹੀਂ ਦੇ ਸਕਦਾ, ਜਿੰਨੀ ਮੈਨੂੰ ਵਿਰਸੇ ਦੇ ਵਿੱਚ, ਵਿਰਾਸਤ ਦੇ ਵਿੱਚ ਮਿਲੀ ਆ, ਮੈਂ ਬਣੀ ਤਣੀ ਉਵੇਂ ਦੀ ਉਵੇਂ ਅਗਲੇ ਆਪਦੇ ਬੱਚਿਆਂ ਨੂੰ ਦੇਵਾਂ। ਇਹ ਮੇਰੀ ਡਿਊਟੀ ਸਿਰਫ ਉਹਦੇ 'ਚੋਂ ਇੰਨਾ ਹੀ ਕੰਮ ਹੈ ਕਿ ਮੈਂ ਉਹਦੇ 'ਚੋਂ ਰੋਟੀ ਕਮਾਵਾਂ, ਪਾਲਾਂ, ਆਪਦਾ ਪਰਿਵਾਰ ਪਾਲਾਂ, ਨਾ ਕਿ ਮਤਲਬ ਉਹਨੂੰ ਬਰਬਾਦ ਕਰਾਂ। ਇਹ ਅਸੀਂ ਸਾਡੇ ਬੱਚਿਆਂ ਨੂੰ ਸਮਝਾਉਣ ਦੀਆਂ ਗੱਲਾਂ ਨੇ ਇਹ ਗੱਲਾਂ। ਅਗਰ ਸਾਡੇ ਬੱਚੇ, ਮੈਨੂੰ ਨਹੀਂ ਲੱਗਦਾ ਕਿ ਸਾਡੇ ਬੱਚੇ ਏਡੇ ਮੂਰਖ ਹੋਣਗੇ। ਅਗਰ ਜਿਹੜੇ ਬੱਚੇ ਨੂੰ ਅੱਜ ਇਸ ਅੰਦੋਲਨ ਨੇ ਬੱਚਿਆਂ ਨੂੰ ਬਹੁਤ ਕੁਝ ਸਮਝਾਤਾ, ਯੂਥ ਨੂੰ ਬਹੁਤ ਕੁਝ ਸਮਝਾਤਾ, ਅਗਰ ਸਾਡੇ ਯੂਥ ਨੂੰ ਇਮਾਨਦਾਰੀ ਨਾਲ ਤੇ ਪਿਆਰ ਨਾਲ ਕੋਈ ਇਹ ਗੱਲਾਂ ਤੋਂ ਜਾਣੂ ਕਰਵਾਏਗਾ, ਸਾਡਾ ਯੂਥ ਟਲੇਗਾ ਇਸ ਗੱਲ ਤੋਂ ਬਿਲਕੁਲ। ਕੋਈ ਜਿਹੜਾ ਨਸ਼ੇੜੀ ਹੋ ਵੀ ਗਿਆ ਉਹ ਬਾਹਰ ਨਿਕਲੇਗਾ, ਪਿੱਛੇ ਹਟੇਗਾ ਇੱਥੋਂ। ਸੋ ਜੇਕਰ ਦੇਸ਼ ਦੇ ਕਿਸਾਨਾਂ ਨੇ, ਮਜ਼ਦੂਰਾਂ ਨੇ ਆਪਣੇ ਹੱਕ ਲੈਣੇ ਨੇ, ਉਹਨਾਂ ਨੂੰ ਮਿਲ ਕੇ ਜਿਹੜੇ ਨੇ ਸੰਘਰਸ਼ ਵਿੱਢਣੇ ਪੈਣਗੇ ਤੇ ਧਨਾਢਾਂ ਦੇ ਖਿਲਾਫ ਜੰਗ ਲੜਨੀ ਪਵੇਗੀ। ਜੇਕਰ ਦੇਸ਼ ਦੇ ਲੋਕ, ਖਾਸ ਕਰਕੇ ਜਵਾਨੀ ਜਿਹੜੀ ਹੈ ਉਹ ਨਸ਼ੇ 'ਚ ਗ੍ਰਸਤ ਹੋਏਗੀ ਤਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਵੇਗੀ। ਭਾਰਤ ਦੇ ਵਿੱਚ ਸਭ ਤੋਂ ਬੇਸ਼ਕੀਮਤੀ ਖਣਿਜਾਂ ਦਾ ਭੰਡਾਰ ਜਿਹੜਾ ਸੰਭਾਲੀ ਬੈਠੀ ਹੈ ਉਹ ਧਰਤੀ ਪੰਜਾਬ ਦੀ ਹੈ, ਜਿਸ ਦੇ ਕੋਲ ਸਭ ਤੋਂ ਇੱਕ ਕੀਮਤੀ ਖਜ਼ਾਨਾ ਹੈ ਮਿੱਠਾ ਪਾਣੀ ਤੇ ਇਸ ਦੇ ਨਾਲ ਸੋਹਣਾ ਵਾਤਾਵਰਨ ਤੇ ਸੋਹਣੀ ਜ਼ਮੀਨ। ਸੋ ਜੇਕਰ ਅਸੀਂ ਆਪਣੇ ਇਹਨਾਂ ਵਸੀਲਿਆਂ ਨੂੰ ਬਚਾਈ ਰੱਖਣਾ, ਸਾਨੂੰ ਸੰਘਰਸ਼ ਵਿੱਢਣੇ ਪੈਣਗੇ। ਅਜਿਹਾ ਕਥਨ ਹੈ ਜਗਜੀਤ ਸਿੰਘ ਡੱਲੇਵਾਲ ਦਾ। MSP ਦੇ ਉੱਪਰ ਵੀ ਜਾਂ ਫਿਰ ਗੈਟ ਸਮਝੌਤੇ ਦੀ ਗੱਲ ਹੋਵੇ, ਉਹਨਾਂ ਨੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ ਨੇ। ਚਿੱਟੇ ਦੀ ਸਮੈਕ ਦੀ ਗੱਲ ਹੋਵੇ ਜਾਂ ਹੋਰ ਨਸ਼ਿਆਂ ਦੀ ਗੱਲ ਹੋਵੇ, ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੁਹਾਡਾ ਇਸ ਸੰਬੰਧੀ ਤੁਹਾਡੀ ਕੀ ਪ੍ਰਤੀਕਿਰਿਆ? ਜਿਹੜੇ ਵੀ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਪਿਆਰੇ ਚੈਨਲ SP ਮੀਡੀਆ ਪੰਜਾਬ ਨੂੰ ਵੇਖ ਰਹੇ ਨੇ, ਤੁਸੀਂ ਆਪਣੀ ਕਮੈਂਟਾਂ 'ਚ ਰਾਏ ਜ਼ਰੂਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਅਨਾਂ ਦੇ ਆਗੂ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਉਹਨਾਂ ਨੂੰ ਵੇਖ ਕੇ ਵੀ ਕੁਝ ਲਾਮਬੰਦੀ ਜਿਹੜੀ ਉਹ ਕਰ ਸਕਣ। ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ। ਮਿਹਰਬਾਨੀ, ਸ਼ੁਕਰੀਆ ਜੀ।